ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਕੈਨੇਡਾ ਦੀਆਂ ਕੁਝ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਕਿੰਨਾ ਕੁ ਖਰਚਾ ਆਉਂਦਾ ਹੈ। ਸਾਲਾਂ ਦੌਰਾਨ ਕੈਨੇਡਾ ਵਿੱਚ ਆਪਣੇ ਬਹੁ ਸੱਭਿਆਚਾਰ ਵਾਤਾਵਰਣ ਅਤੇ ਪ੍ਰਸਿੱਧ ਵਿਦਿਅਕ ਸੰਸਥਾਵਾਂ ਦੇ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਕੇਂਦਰ ਬਣ ਗਿਆ ਹੈ। ਸਹੀ ਮਨੋਨੀਤ ਲਰਨਿੰਗ ਇੰਸਟੀਚਿਊਟ ਦੀ ਚੋਣ ਕਰਨਾ ਬਹੁਤ ਸਾਰੇ ਵਿਚਾਰਾਂ ਦੇ ਨਾਲ ਆਉਂਦਾ, ਖਾਸ ਕਰਕੇ ਟਿਊਸ਼ਨ ਲਾਗਤ। ਸਟੈਟਿਕਸ ਕੈਨੇਡਾ ਦੇ ਅਨੁਸਾਰ 2024 ਵਿੱਚ ਸਾਰੇ ਫੁੱਲ ਟਾਈਮ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਔਸਤ ਟਿਊਸ਼ਨ ਫੀਸ $40,115 ਸਾਲਾਨਾ ਡਾਲਰ ਦੱਸੀ ਹੈ। ਟਿਊਸ਼ਨ ਫੀਸ ਤੋਂ ਇਲਾਵਾ ਵਿਦਿਆਰਥੀਆਂ ਦੇ ਰਹਿਣ ਅਤੇ ਖਾਣ ਪੀਣ ਤੇ ਆਮ ਲਾਗਤ ਵੀ ਧਿਆਨ ਵਿੱਚ ਰੱਖਣਾ ਜਿੱਥੇ ਪੈਂਦਾ। ਇਹਨਾਂ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਕਿੰਨਾ ਖਰਚਾ ਆਵੇਗਾ, ਇਸ ਸੂਚੀ ਦੇ ਉਦੇਸ਼ ਦੇ ਲਈ ਅਸੀਂ 2025 ਵਿੱਚ QS ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ਦੁਆਰਾ ਚੁਣੀਆਂ ਗਈਆਂ ਦੇਸ਼ ਭਰ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੂੰ ਦੇਖਿਆ, ਜੋ ਕਿ ਅਧਿਆਤਮਿਕ ਅਤੇ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ, ਖੋਜ, ਪ੍ਰਭਾਵ ਤੇ ਹੋਰ ਬਹੁਤ ਕੁਝ ਆਧਾਰਿਤ ਹੈ। ਇਸ ਲੇਖ ਵਿੱਚ ਦੱਸੇ ਗਏ ਸਾਰੇ ਟਿਊਸ਼ਨ ਖਰਚੇ ਕੈਨੇਡੀਅਨ ਡਾਲਰ ਵਿੱਚ ਨੇ। ਟਿਊਸ਼ਨ ਦੀ ਲਾਗਤ ਸਿਰਫ ਇੱਕ ਅਕਾਦਮਿਕ ਸਾਲ ਲਈ ਗਿਣੀ ਜਾਂਦੀ ਹੈ। ਕੈਨੇਡਾ ਵਿੱਚ ਔਸਤ ਅੰਡਰ ਗ੍ਰੈਜੂਏਟ ਪ੍ਰੋਗਰਾਮ 3 ਤੋਂ 5 ਸਾਲ ਦਾ ਹੁੰਦਾ ਹੈ। ਇਸ ਲਈ ਇੱਕ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੀ ਕੁੱਲ ਲਾਗਤ ਉਸ ਅਨੁਸਾਰ ਗਣਨਾ ਕੀਤੀ ਜਾਣੀ ਚਾਹੀਦੀ ਹੈ। ਕਿਰਾਏ ਦੀਆਂ ਕੀਮਤ ਜੰਪਰ ਤੋਂ ਲਈਆਂ ਗਈਆਂ ਨੇ ਤੇ ਕਿਰਾਏਦਾਰਾਂ ਅਤੇ ਜਾਇਦਾਦ ਪ੍ਰਬੰਧਨ ਲਈ ਇੱਕ ਡਿਜੀਟਲ ਮਾਰਕੀਟਿੰਗ ਪਲੇਸ ਹੈ। ਟੋਰਾਂਟੋ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ 2024 ਵਿੱਚ QS ਵਰਲਡ ਯੂਨੀਵਰਸਿਟੀ ਰੈਂਕਿੰਗ ਦੇ 25ਵੇਂ ਨੰਬਰ ਤੇ ਆਈ ਹੈ ਤੇ ਇਸ ਸੂਚੀ ਵਿੱਚ ਚੋਟੀ ਦੀਆਂ ਯੂਨੀਵਰਸਿਟੀਆਂ ਆਉਂਦੀਆਂ ਨੇ। ਉਹ 1827 ਵਿੱਚ ਸਥਾਪਿਤ ਇਹ ਇੱਕ ਜਨਤਕ ਖੋਜ ਯੂਨੀਵਰਸਿਟੀ, ਇਸ ਦੀਆਂ ਵਿਸ਼ਿਸ਼ਟ ਸਹੂਲਤਾਂ ਲਈ ਜਾਣੀ ਜਾਂਦੀ ਹੈ। ਵਿਦਿਆਰਥੀ 700+ ਅਕਾਦਮਿਕ ਪ੍ਰੋਗਰਾਮਾਂ ਵਿੱਚੋਂ ਚੋਣ ਕਰ ਸਕਦੇ ਨੇ ਅਤੇ ਦੇਸ਼ ਭਰ ਵਿੱਚ ਵੱਡੀ ਅਕਾਦਮਿਕ ਲਾਇਬ੍ਰੇਰੀ ਤੱਕ ਪਹੁੰਚ ਕਰ ਸਕਦੇ ਨੇ। UOT ਦੇ 11 ਕਾਲਜ ਅਤੇ 3 ਕੈਂਪਸ ਨੇ। ਸਭ ਤੋਂ ਪੁਰਾਣੇ ਡਾਊਨਟਾਊਨ ਟੋਰਾਂਟੋ ਵਿੱਚ ਸਥਿਤ ਨੇ, ਜੋ ਸੈਟਲਾਈਟ ਕੈਂਪਸ ਮਿਸੀਸਾਗਾ ਤੇ ਸਕਾਰਬਰੋ ਦੇ ਵਿੱਚ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਨੁਮਾਨਿਤ ਟਿਊਸ਼ਨ ਫੀਸ 2024 ਤੇ 25 ਦੀ। ਕਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ $61,720, ਵਣਜ ਦੇ ਵਿੱਚ $61,720, ਇੰਜੀਨੀਅਰਿੰਗ ਦੇ ਵਿੱਚ $67,370। ਹਾਲਾਂਕਿ ਰੋਜ਼ਾਨਾ ਦੇ ਖਰਚੇ ਚੁਣੇ ਗਏ ਕੈਂਪਸ ਤੇ ਨਿਰਭਰ ਕਰਦੇ ਨੇ। ਯੂਨੀਵਰਸਿਟੀ ਕਿਤਾਬਾਂ ਦੇ ਹੋਰ ਸਾਜੋ ਸਮਾਨ ਜਿਵੇਂ ਕਿ ਲੈਪਟਾਪ ਲਈ $1,000 ਤੇ ਕੈਂਪਸ ਤੇ ਰਿਹਾਇਸ਼ ਅਤੇ ਖਾਣੇ ਦੇ ਖਰਚਿਆਂ ਲਈ ਪ੍ਰਤੀ ਸਾਲ $8,000 ਤੋਂ $15,000 ਰੱਖਣ ਦੀ ਸਿਫਾਰਿਸ਼ ਕਰਦੀ ਹੈ। ਕੈਂਪਸ ਤੋਂ ਬਾਹਰ ਰਹਿਣ ਦੀ ਚੋਣ ਕਰਨ ਵਾਲਿਆਂ ਲਈ ਡਾਊਨਟਾਊਨ ਟੋਰਾਂਟੋ ਵਿੱਚ 2 ਬੈਡਰੂਮ ਵਾਲੇ ਅਪਾਰਟਮੈਂਟ ਲਈ ਔਸਤ ਮਹੀਨਾਵਾਰ ਕਿਰਾਇਆ $3,000 ਤੇ 2 ਵਿਦਿਆਰਥੀਆਂ ਵਿਚਕਾਰ ਵੰਡੇ ਇਹ ਭੋਜਨ ਲਈ ਲੇਖਾ ਕੀਤੇ ਬਿਨਾਂ $1,500 ਹੋ ਸਕਦਾ ਹੈ। ਮੈਕਗਿਲ ਯੂਨੀਵਰਸਿਟੀ ਮੌਂਟਰੀਅਲ ਵਿੱਚ ਸਥਿਤ ਮੈਕਗਿਲ ਯੂਨੀਵਰਸਿਟੀ ਵੀ ਨਿਯਮਤ ਤੌਰ ਤੇ ਦੇਸ਼ ਦੀ ਵਿੱਚ ਚੋਟੀ ਦਰਜੇ ਦੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ। ਯੂਨੀਵਰਸਿਟੀਆਂ ਇਸ ਸਮੇਂ ਕਈ ਫੈਕਲਟੀ ਸਕੂਲਾਂ ਅਤੇ ਸੰਸਥਾਵਾਂ ਦੁਆਰਾ 1200 ਤੋਂ ਵੱਧ ਪ੍ਰੋਗਰਾਮਾਂ ਨੂੰ ਪੇਸ਼ ਕਰਦੀਆਂ ਨੇ। ਅੰਤਰਰਾਸ਼ਟਰੀ ਵਿਦਿਆਰਥੀ ਇਸ ਦੇ ਵਿਦਿਆਰਥੀ ਸਮੂਹ ਦੇ ਲਗਭਗ 30% ਬਣਦੇ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਨੁਮਾਨਿਤ ਟਿਊਸ਼ਨ ਫੀਸ 2024 ਤੇ 25 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਲਾ ਦੇ ਅੰਦਰ $47,281 69 ਸੈਂਟ ਤੇ ਵਣਜ ਦੇ ਵਿੱਚ $70,894 37 ਸੈਂਟ ਤੇ ਇੰਜੀਨੀਅਰਿੰਗ ਦੇ ਵਿੱਚ $66,327 91 ਸੈਂਟ ਹੈ। ਮੌਂਟਰੀਅਲ 2025 ਦੇ SQ ਸਰਵੋਤਮ ਵਿਦਿਆਰਥੀ ਸ਼ਹਿਰਾਂ ਵਿੱਚ ਵੀ ਸ਼ਾਮਲ ਹੈ, ਜੋ ਯੂਨੀਵਰਸਿਟੀ ਦਰਜਾਬੰਦੀ, ਰੁਜ਼ਗਾਰਦਾਤਾਵਾਂ ਦੀ ਗਤੀਵਿਧੀਆਂ, ਸਮਰੱਥਾ ਅਤੇ ਵਿਦਿਆਰਥੀ ਜੀਵਨ ਵਰਗੇ ਕਾਰਕਾਂ ਦੇ ਆਧਾਰ ਤੇ ਟੋਰਾਂਟੋ ਅਤੇ ਵੈਨਕੂਵਰ ਮੁਕਾਬਲੇ ਮੌਂਟਰੀਅਲ ਵਿੱਚ ਰਹਿਣ ਵੀ ਘੱਟ ਖਰਚ ਦੀ ਪੇਸ਼ਕਸ਼ ਕਰਦਾ। ਰਹਿਣ ਦੀ ਕੀਮਤ ਦੀ ਤੁਲਨਾ ਵਾਲੀ ਵੈਬਸਾਈਟ ਨੇਮਿਓ ਦੇ ਅਨੁਸਾਰ ਕੈਂਪਸ ਦੇ ਬਾਹਰ ਰਹਿਣ ਵਾਲਿਆਂ ਲਈ ਮੌਂਟਰੀਅਲ ਵਿੱਚ 2 ਬੈਡਰੂਮ ਵਾਲੇ ਅਪਾਰਟਮੈਂਟ ਦੀ ਕੀਮਤ ਪ੍ਰਤੀ ਮਹੀਨਾ $2,300 ਤੇ ਪ੍ਰਤੀ ਵਿਦਿਆਰਥੀ ਦੀ ਗੱਲ ਕੀਤੀ ਜਾਵੇ ਤਾਂ $1,150 ਤੱਕ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ। 1908 ਵਿੱਚ ਸਥਾਪਿਤ ਇਹ ਬ੍ਰਿਟਿਸ਼ ਕੋਲੰਬੀਆ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਇਹ ਅਧਿਆਤਮਿਕ ਪ੍ਰੋਗਰਾਮਾਂ ਲਈ ਵਿਭਿੰਨ ਸ਼੍ਰੇਣੀਆਂ ਪੇਸ਼ ਕਰਦੀ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਵੈਨਕੂਵਰ ਅਤੇ
ਓਕਨਾਗ ਵੈਲੀ ਵਿੱਚ 2 ਕੈਂਪਸ ਨੇ ਜੋ ਅੱਜ ਕੈਨੇਡਾ ਅਤੇ ਦੁਨੀਆ ਭਰ ਵਿੱਚ 140 ਪਲੱਸ ਦੇਸ਼ਾਂ ਤੋਂ 65,000 ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਨੇ। ਯੂਨੀਵਰਸਿਟੀ ਕੋਲ ਅੰਤਰਰਾਸ਼ਟਰੀ ਅਰਥਸ਼ਾਸਤਰੀ, ਫੂਡ ਮਾਰਕੀਟ ਵਿਸ਼ਲੇਸ਼ਕ, ਪੱਤਰਕਾਰੀ ਵਿੱਚ ਕੁਝ ਸਮੂਹ ਅਤੇ ਉੱਚ ਵਿਸ਼ੇਸ਼ ਡਿਗਰੀਆਂ ਵੀ ਸ਼ਾਮਲ ਨੇ। ਇਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸਲਾਹਕਾਰ ਵੀ ਨੇ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਤਬਦੀਲੀਆਂ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਨੁਮਾਨਿਤ ਟਿਊਸ਼ਨ ਫੀਸ 2025 ਤੇ 24 ਦੀ ਗੱਲ ਕੀਤੀ ਜਾਵੇ ਤਾਂ ਕਲਾ ਦੇ ਵਿੱਚ $47,199 40 ਸੈਂਟ, ਕਾਮਰਸ ਸਾਊਂਡ ਆਫ ਸਕੂਲ ਬਿਜ਼ਨਸ ਦੇ ਵਿੱਚ $61,061 10 ਸੈਂਟ ਤੇ ਇੰਜੀਨੀਅਰਿੰਗ ਦੇ ਵਿੱਚ $60,622 65 ਸੈਂਟ। ਇਸ ਸਾਲ ਦੇ ਸ਼ੁਰੂ ਵਿੱਚ ਆਰਥਿਕ ਇੰਟੈਲੀਜੈਂਸ ਯੂਨਿਟ ਦੇ ਅਨੁਸਾਰ ਵੈਨਕੂਵਰ ਵਿੱਚ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਵਿੱਚ ਜੋ ਦਰਜਾ ਦਿੱਤਾ ਗਿਆ, ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਰਹਿਣ ਦੀ ਉੱਚ ਕੀਮਤ ਇਸ ਲਈ ਵਿਦਿਆਰਥੀਆਂ ਨੂੰ ਇਸ ਦੇ ਲਈ ਖਾਤੇ ਦੀ ਲੋੜ ਹੋ ਸਕਦੀ ਹੈ। ਖੇਤਰ ਵਿੱਚ 2 ਬੈਡਰੂਮ ਵਾਲੇ ਅਪਾਰਟਮੈਂਟ ਦੀ ਔਸਤਨ ਕੀਮਤ ਮਹੀਨਾਵਾਰ ਕਿਰਾਇਆ ਦੀ ਗੱਲ ਕੀਤੀ ਜਾਵੇ ਸਤੰਬਰ 2024 ਤੱਕ 3,700 ਪ੍ਰਤੀ ਵਿਦਿਆਰਥੀ ਯਾਨੀ ਕਿ 1,850 ਬਣਦਾ ਹੈ। ਅਲਬਰਟਾ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 2024 ਵਿੱਚ QS ਯੂਨੀਵਰਸਿਟੀ ਦਰਜਾਬੰਦੀ ਦੇ ਸਿਖਰਲੇ 100 ਵਿੱਚ ਰੱਖਿਆ ਗਿਆ। ਇਸ ਵਿੱਚ ਐਡਮਿੰਟਨ ਦੇ ਅੰਦਰ 3 ਕੈਂਪਸ ਅਤੇ ਇਸ ਵਿੱਚ ਚੁਣਨ ਲਈ 200 ਤੋਂ ਵੱਧ ਅੰਡਰ ਗ੍ਰੈਜੂਏਟ ਪ੍ਰੋਗਰਾਮ ਵੀ ਸ਼ਾਮਲ ਨੇ। ਇਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਨੁਮਾਨਿਤ ਟਿਊਸ਼ਨ ਫੀਸ 2024 ਦੇ 25 ਵਿੱਚ ਕਲਾ ਦੇ ਅੰਦਰ $33,968 40 ਸੈਂਟ, ਵਣਜ ਦੇ ਵਿੱਚ $40,300 80 ਸੈਂਟ ਤੇ ਇੰਜੀਨੀਅਰਿੰਗ ਦੇ ਵਿੱਚ $45,482 40 ਸੈਂਟ। ਅਲਬਰਟਾ ਨੂੰ ਵੱਧ ਤੋਂ ਵੱਧ ਰਹਿਣ ਸਹਿਣ ਦੀ ਲਾਗਤ ਤੇ ਮਜ਼ਬੂਤ ਆਰਥਿਕ ਦ੍ਰਿਸ਼ਟੀਕੋਣ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਚੋਟੀ ਦੇ ਸਥਾਨ ਵਿੱਚ ਦੇਖਿਆ ਜਾਂਦਾ ਹੈ। ਐਡਮਿੰਟਨ ਇਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਕਿਫਾਇਤੀ ਹੈ। 2 ਬੈਡਰੂਮ ਅਤੇ ਅਪਾਰਟਮੈਂਟ ਦਾ ਔਸਤਨ ਮਹੀਨਾਵਾਰ ਕਿਰਾਇਆ 1,650 ਜੋ ਪ੍ਰਤੀ ਵਿਦਿਆਰਥੀ 850 ਤੱਕ ਹੁੰਦਾ ਹੈ। ਵਾਟਰਲੂ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ ਮੈਕਲੀਨ ਯੂਨੀਵਰਸਿਟੀ ਰੈਂਕਿੰਗਸ 2024 ਦੁਆਰਾ ਵਾਟਰਲੂ ਯੂਨੀਵਰਸਿਟੀ ਪਿਛਲੇ 32 ਸਾਲਾਂ ਵਿੱਚ 30 ਸਾਲ ਲਈ ਕੈਨੇਡਾ ਵਿੱਚ ਸਭ ਤੋਂ ਨਵਨੀਤਮਕਾਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਯੂਨੀਵਰਸਿਟੀ ਆਪਣੀ ਸਹਿਕਾਰੀ ਸਿੱਖਿਆ ਸਰਕਾਰੀ ਪ੍ਰੋਗਰਾਮਾਂ ਲਈ ਜਾਣੀ ਜਾਂਦੀ ਹੈ ਜੋ ਵਿਦਿਆਰਥੀਆਂ ਨੂੰ ਕੰਮ ਦੇ ਤਜਰਬੇ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਸਿਖਰ ਦੇ ਰੁਜ਼ਗਾਰਦਾਤਾਵਾਂ ਦੇ ਨਾਲ ਕੰਮ ਏਕੀਕ੍ਰਿਤ ਸਿੱਖਣ ਦੇ ਮੌਕੇ, ਹਾਲਾਂਕਿ ਇਸ ਦਾ ਮੁੱਖ ਕੈਂਪਸ ontario ਵਾਟਰਲੂ ਸ਼ਹਿਰ ਹੈ। ਇਹ ਡਾਊਨਟਾਊਨ ਕਿਚਨਰ, ਡਾਊਨਟਾਊਨ ਕੈਂਬਰਿਜ ਅਤੇ ਸਟੈਂਡਰਫੋਰਡ ਦੇ 3 ਸੈਟੇਲਾਈਟ ਕੈਂਪਸ ਵੀ ਚਲਾਉਂਦਾ ਹੈ। ਟਿਊਸ਼ਨ ਫੀਸ ਦੀ ਗੱਲ ਕੀਤੀ ਜਾਵੇ ਤਾਂ ਆਨਰਜ਼ ਆਰਟ ਦੇ ਅੰਦਰ $57,000, ਗਲੋਬਲ ਬਿਜ਼ਨਸ ਐਂਡ ਡਿਜੀਟਲ ਆਰਟਸ ਦੇ ਅੰਦਰ $55,000 ਤੇ ਇੰਜੀਨੀਅਰਿੰਗ ਦੇ ਵਿੱਚ $73,000 ਦੀ ਫੀਸ ਦੱਸੀ ਗਈ ਹੈ। ਰਹਿਣ ਸਹਿਣ ਦੀ ਲਾਗਤ ਦੀ ਗੱਲ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਵਿਦਿਆਰਥੀ ਕਿਸ ਕੈਂਪਸ ਦਾ ਅਧਿਐਨ ਕਰਨਾ ਚਾਹੁੰਦਾ। ਸਤੰਬਰ 2024 ਤੱਕ ਵਾਟਰਲੂ ontario ਵਿੱਚ 2 ਬੈਡਰੂਮ ਦੇ ਕਿਰਾਏ ਦੀ ਔਸਤ ਕਿਰਾਇਆ $2,350 ਯਾਨੀ ਕਿ ਇੱਕ ਵਿਦਿਆਰਥੀ ਨੂੰ 1,175 ਕਿਰਾਇਆ ਮਹੀਨੇ ਦਾ ਪਵੇਗਾ। ਡਲਹੌਜੀ ਯੂਨੀਵਰਸਿਟੀ ਅਟਲਾਂਟਿਕ ਕੈਨੇਡਾ ਵਿੱਚ ਦਿਲਚਸਪ ਰੱਖਣ ਵਾਲਿਆਂ ਲਈ ਡਲਹੌਜੀ ਯੂਨੀਵਰਸਿਟੀ, ਜਿਸ ਨੂੰ ਸਿਰਫ ਦਾਲ ਵਜੋਂ ਜਾਣਿਆ ਜਾਂਦਾ ਹੈ, QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ 275ਵੇਂ ਸਥਾਨ ਤੇ ਹੈ। ਇਹ ਜਨਤਕ ਖੋਜ ਯੂਨੀਵਰਸਿਟੀ ਨੋਵਾ ਸਕੋਸ਼ੀਆ ਵਿੱਚ ਸਭ ਤੋਂ ਵੱਡੀ ਹੈ। ਹੈਲੀਫੈਕਸ ਵਿੱਚ 3 ਕੈਂਪਸ ਨਾਲ ਚੌਥਾ ਬਾਈਬਲ ਵਿੱਚ ਹੈ। ਹਿਲ ਅਤੇ ਸੈਂਟ ਜੌਨ ਨਿਊ ਬ੍ਰੈਂਜ਼ਵਿਕ ਵਿੱਚ ਇੱਕ ਮੈਡੀਕਲ ਸਕੂਲ ਅਤੇ 13 ਫਲੈਕਸਿਬਿਲਟੀ ਵਿੱਚ 200 ਤੋਂ ਵੱਧ ਪ੍ਰੋਗਰਾਮ ਦਾ ਮਾਣ ਪ੍ਰਾਪਤ ਕਰਦਾ ਤੇ ਕੈਨੇਡੀਅਨ ਯੂਨੀਵਰਸਿਟੀ ਦੇ U15 ਵਿਦਾਈ ਸਮੂਹ ਦੇ ਮੈਂਬਰਾਂ ਦੀ ਹੈ। ਅੰਤਰਰਾਸ਼ਟਰੀ ਜੋ ਫੀਸ ਦੀ ਗੱਲ ਕੀਤੀ ਜਾਵੇ ਤਾਂ ਅਨੁਮਾਨਿਤ ਟਿਊਸ਼ਨ ਫੀਸ 2024 ਦੇ 25 ਵਿੱਚ ਕਲਾ ਤੇ ਸਮਾਜਿਕ ਵਿਗਿਆਨ ਦੇ ਅੰਦਰ $33,814, ਵਣਜ ਵਿੱਚ $37,418, ਇੰਜੀਨੀਅਰਿੰਗ ਦੇ ਵਿੱਚ $43,248 ਹੈ। ਡਲਹੌਜੀ ਹੈਲੀਫੈਕਸ ਡਾਊਨਟਾਊਨ ਖੇਤਰ ਦੇ ਨੇੜੇ ਸਥਿਤ ਹੈ। ਵਿਦਿਆਰਥੀਆਂ ਨੂੰ ਕੁਦਰਤੀ ਸੁੰਦਰਤਾ ਦੇ ਨਾਲ ਪਾਰਟ ਟਾਈਮ ਨੌਕਰੀਆਂ ਤੱਕ ਪਹੁੰਚ ਪ੍ਰਦਾਨ ਕਰਦਾ। ਵਾਧੀ ਮੰਗ ਕਰਕੇ ਖਾਸ ਕਰਕੇ ਡਾਊਨਟਾਊਨ ਦੇ ਖੇਤਰ ਦੇ ਨੇੜੇ ਕਿਰਾਏ ਦੀ ਲਾਗਤ ਕੈਨੇਡਾ ਦੇ ਹੋਰ ਹਿੱਸਿਆਂ ਦੇ ਬਰਾਬਰ। ਸਤੰਬਰ 2024 ਤੱਕ ਹੈਲੀਫੈਕਸ NS ਵਿੱਚ 2 ਬੈਡਰੂਮ ਦੇ ਕਿਰਾਏ ਦੀ ਔਸਤ ਗੱਲ ਕੀਤੀ ਜਾਵੇ ਤਾਂ $2,649 ਲਗਭਗ 1,325 ਪ੍ਰਤੀ ਵਿਦਿਆਰਥੀ ਮਹੀਨਾ ਬਣਦੀ ਹੈ। ਹੁਣ ਗੱਲ ਕਰਦੇ ਹਾਂ ਸਕੈਚਵਨ ਯੂਨੀਵਰਸਿਟੀ 1907 ਵਿੱਚ ਸਥਾਪਿਤ ਸਕੈਚਵਨ ਯੂਨੀਵਰਸਿਟੀ ਸੂਬੇ
ਦੀ ਸਭ ਤੋਂ ਵੱਡੀ ਵਿਦਿਅਕ ਸੰਸਥਾ ਹੈ। ਕੈਨੇਡੀਅਨ ਰਿਸਰਚ ਯੂਨੀਵਰਸਿਟੀ ਦੇ U15 ਗਰੁੱਪ ਦੇ ਮੈਂਬਰਾਂ ਵਜੋਂ ਜਾਣਿਆ ਜਾਂਦਾ। ਇਹ ਆਪਣੀ ਖੋਜ ਲਈ ਜਾਣਿਆ ਜਾਂਦਾ ਅਤੇ ਅਧਿਐਨ ਦੇ ਲਈ 100 ਤੋਂ ਵੱਧ ਖੇਤਰਾਂ ਵਿੱਚ ਅੰਡਰ ਗ੍ਰੈਜੂਏਟ ਡਿਗਰੀ ਡਿਪਲੋਮਾ ਸਰਟੀਫਿਕੇਟ ਪ੍ਰੋਗਰਾਮ ਲਈ ਵਿਸ਼ਾਲ ਸ਼੍ਰੇਣੀ ਪ੍ਰਾਪਤ ਕਰਦਾ। ਯੂਨੀਵਰਸਿਟੀ 130 ਦੇਸ਼ਾਂ ਦੇ 300 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਘਰ ਹੈ। ਟਿਊਸ਼ਨ ਫੀਸ ਦੀ ਗੱਲ ਕਰੀਏ, ਕਲਾ ਦੇ ਵਿਗਿਆਨ ਵਿੱਚ $36,527, ਐਡਵਾਂਟਡ ਆਫ ਸਕੂਲ ਬਿਜ਼ਨਸ ਦੇ ਅੰਦਰ $44,557, ਇੰਜੀਨੀਅਰਿੰਗ ਦੇ ਵਿੱਚ $54,953। ਇਸ ਸਾਲ ਦੇ ਸ਼ੁਰੂ ਵਿੱਚ ਨੈਸੈਟੋ ਦੁਆਰਾ ਕਿਰਾਏ ਦੀ ਸਮਰੱਥਾ ਦੇ ਮਾਮਲੇ ਵਿੱਚ ਸਕੈਚਟੂਨ ਨੂੰ ਸਭ ਤੋਂ ਸਸਤੇ ਸ਼ਹਿਰਾਂ ਵਿੱਚ ਇੱਕ ਨਾਮ ਦਿੱਤਾ ਗਿਆ ਜੀ। ਸਕੈਚਟੂਨ SK ਵਿੱਚ 2 ਬੈਡਰੂਮ ਦੇ ਕਿਰਾਏ ਦੀ ਔਸਤ ਮਾਸਿਕ 1,475, ਜੋ ਕਿ ਸਤੰਬਰ 2024 ਤੱਕ ਅੰਤਰਰਾਸ਼ਟਰੀ ਹੈ। ਔਸਤ ਦੀ ਗੱਲ ਕੀਤੀ ਜਾਵੇ ਤਾਂ 26% ਘੱਟ ਹੈ। ਇਸ ਨਾਲ ਪ੍ਰਤੀ ਵਿਦਿਆਰਥੀ ਦੀ ਗੱਲ ਕੀਤੀ ਜਾਵੇ ਤਾਂ 737 ਬਣਦਾ ਹੈ। ਮੈਨੀਟੋਬਾ ਯੂਨੀਵਰਸਿਟੀ 1877 ਵਿੱਚ ਸਥਾਪਿਤ ਹੋਈ। ਮੈਨੀਟੋਬਾ ਯੂਨੀਵਰਸਿਟੀ ਸੂਬੇ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਸਭ ਤੋਂ ਪੁਰਾਣੀ ਯੂਨੀਵਰਸਿਟੀ, ਇਸ ਦਾ ਮੁੱਖ ਕੈਂਪਸ ਵਿਨੀਪੈਗ ਸ਼ਹਿਰ ਦੇ ਕੇਂਦਰ ਵਿੱਚ ਜਨਤਕ ਆਵਾਜਾਈ ਦੁਆਰਾ ਲਗਭਗ 20 ਮਿੰਟ ਦੀ ਦੂਰੀ ਤੇ ਹੈ ਅਤੇ ਇਸ ਵਿੱਚ 4 ਕਲਾਸ ਪ੍ਰਯੋਗਸ਼ਾਲਾ ਅਤੇ ਸਿੱਖਣ ਦੀਆਂ ਥਾਵਾਂ ਸਮੇਤ 90 ਤੋਂ ਵੱਧ ਪ੍ਰਮੁੱਖ ਇਮਾਰਤਾਂ ਸ਼ਾਮਲ ਨੇ। ਇਸ ਵਿੱਚ ਇੱਕ ਡਾਊਨਟਾਊਨ ਬੈਨਾਟਾਈਨ ਕੈਂਪਸ ਅਤੇ ਪੂਰੇ ਸੂਬੇ ਵਿੱਚ ਕਈ ਸੈਟਲਾਈਟ ਕੈਂਪਸ ਵੀ ਨੇ। ਇਹ 100 ਤੋਂ ਵੱਧ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ, ਜਿਸ ਵਿੱਚ ਕਈਆਂ ਕੋਲ ਸਹਿ ਅਪ ਮੌਕੇ ਵੀ। ਸਾਲਾਂ ਦੌਰਾਨ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਪ੍ਰਸਿੱਧ ਵਿਕਲਪ ਬਣ ਗਿਆ, ਜੋ ਹੁਣ ਵਿਦਿਆਰਥੀ ਸੰਸਥਾ ਦੇ 22% 7 ਦੇ ਵਿੱਚ ਬਣਦਾ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਦੀ ਗੱਲ ਕਰਾਂ ਤਾਂ ਕਲਾ ਦੇ ਵਿੱਚ $19,100, ਵਪਾਰ ਦੇ ਵਿੱਚ $25,300, ਇੰਜੀਨੀਅਰਿੰਗ ਦੇ ਵਿੱਚ $25,600 ਬਣਦਾ ਹੈ। ਵਿਨੀਪੈਗ, ਟੋਰਾਂਟੋ, ਵੈਨਕੂਵਰ, ਮੌਂਟਰੀਅਲ ਅਤੇ ਇੱਥੋਂ ਤੱਕ ਕਿ ਹੈਲੀਫੈਕਸ ਵਰਗੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਜੀਵਨ ਵਿੱਚ ਵਧੇਰੇ ਕਿਫਾਇਤ ਲਾਗਤ ਪੇਸ਼ਕਸ਼ ਕਰਦਾ ਹੈ। ਇਹ ਗਲੋਬਲ ਐਡ ਮੇਲ ਦੀ 100 ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਵਿੱਚ ਰਹਿਣ ਦੇ ਤੀਜੇ ਸਭ ਤੋਂ ਵਧੀਆ ਸਥਾਨ ਵਿੱਚੋਂ ਇੱਕ ਹੈ। ਕੈਂਪਸ ਦੇ ਬਾਹਰ ਰਹਿਣ ਦੀ ਇੱਛਾ ਰੱਖਣ ਵਾਲਿਆਂ ਲਈ 2 ਬੈਡਰੂਮ ਦੇ ਕਿਰਾਏ ਦੀ ਔਸਤ ਕੀਮਤ $1,698 ਪ੍ਰਤੀ ਮਹੀਨਾ ਤੇ $850 ਪ੍ਰਤੀ ਮਹੀਨਾ ਬਣਦੀ ਹੈ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਦੇਖਣੀ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜਿਜ਼ਵਾਲਾ.com ਦੇ ਨਾਲ।